हेलो जी, सत श्री अकाल। मैं हाँ सायरा एंड ਅੱਜ ਲਾਈਮਲਾਈਟ ਦੇ ਵਿੱਚ ਹੈਗੀ ਹੈ ਜੀ ਇੱਕ ਸੋਲਫੁਲ ਵੌਇਸ। ਇਹਨਾਂ ਨੇ ਆਪਣੀ ਆਵਾਜ਼ ਦਾ ਜਾਦੂ ਪੂਰੀ ਦੁਨੀਆ ਦੇ ਉੱਤੇ ਚਲਾਇਆ ਹੋਇਆ ਹੈ ਐਂਡ ਵੀ ਆਰ ਨਾਟ ਕੰਪਲੇਨਿੰਗ ਐਟ ਆਲ। Today joining me in conversation on Limelight is none other than Asis Kaur. Sat Shri Akal ji. Sat Shri Akal ji. How are you, Asis? I am doing great. Thank you so much for having me here. Thank you for your time and ਅਸੀਂ ਸਾਰੇ ਹੀ ਤੁਹਾਡੇ ਫੈਨ ਆਏ, ਕੋਈ ਕਹਿਣ ਵਾਲੀ ਗੱਲ ਹੀ ਨਹੀਂ ਹੈ। ਅਸੀਂ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ, ਤੁਹਾਡੀ ਆਵਾਜ਼ ਨੂੰ ਬਹੁਤ ਪਿਆਰ ਕਰਦੇ ਹਾਂ ਐਂਡ ਆਵਾਜ਼ ਦਾ, ਸਿੰਗਿੰਗ ਦਾ, ਮਿਊਜ਼ਿਕ ਦਾ ਪਤਾ ਕੀ ਚੀਜ਼ ਹੁੰਦੀ ਹੈ। once you start listening to a song for example, ਉਹ ਹੌਲੀ ਹੌਲੀ you start listening to it on loop ਔਰ ਉਹ ਆਵਾਜ਼ ਕਦੋਂ ਸਾਡੀ ਆਮ ਜ਼ਿੰਦਗੀ ਦਾ ਇੱਕ ਪਾਰਟ ਬਣ ਜਾਂਦੀ ਹੈ ਸਾਨੂੰ ਖੁਦ ਵੀ ਰਿਅਲਾਈਜ਼ ਨਹੀਂ ਹੁੰਦਾ। ਸੋ ਯੂ ਆਰ that voice ਜੋ ਸਾਡੀ ਆਮ ਜ਼ਿੰਦਗੀ ਦਾ ਵੀ ਪਾਰਟ ਹੈ। we listen to you every day. Thank you so much and it really means a lot ਕਿ ਮੈਂ ਕਿਸੇ ਤਰੀਕੇ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਰਹੀ ਹਾਂ। ਸੋ ਇਟਸ ਅ ਬਿਗ ਥਿੰਗ। ਥੈਂਕ ਯੂ। ਯੈਸ ਅਸੀਸ, ਮੈਂ ਤੁਹਾਡੇ ਬਹੁਤ ਸਾਰੇ ਪਿਛਲੇ ਇੰਟਰਵਿਊਜ਼ ਦੇਖ ਰਹੀ ਸੀ, ਪੜ੍ਹ ਰਹੀ ਸੀ, ਦੇਖ ਰਹੀ ਸੀ ਤੁਹਾਡਾ ਕੀ ਮਿਊਜ਼ਿਕ ਦੇ ਨਾਲ ਕਨੈਕਸ਼ਨ ਹੈਗਾ ਹੈ ਔਰ ਉਸ ਕਨੈਕਸ਼ਨ ਦੇ ਉੱਤੇ ਜਾਣ ਤੋਂ ਪਹਿਲਾਂ ਔਰ ਤੁਹਾਡੇ ਲੇਟੈਸਟ ਜਿਹੜੇ ਪ੍ਰੋਜੈਕਟਸ ਆਏ ਨੇ ਉਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੂੰਗੀ ਕਿ ਜਿਵੇਂ ਤੁਸੀਂ ਬਹੁਤ ਵਾਰੀ ਮੈਂਸ਼ਨ ਕਰ ਚੁੱਕੇ ਹੋ ਕਿ ਤੁਹਾਡੇ ਘਰੋਂ ਇਹ ਚੀਜ਼ ਸ਼ੁਰੂ ਹੋਈ ਸੀ ਨਾ, ਡੈਡ ਨੇ ਤੁਹਾਨੂੰ ਬਹੁਤ ਹੱਲਾਸ਼ੇਰੀ ਦਿੱਤੀ ਯੂ ਸ਼ੁੱਡ ਸਿੰਗ। ਹੁਣ ਤੁਸੀਂ ਵੀ ਆਪਣੀ ਲਾਈਫ ਦੇ ਇੱਕ ਨਵੇਂ ਸਟੇਜ 'ਤੇ ਆ ਚੁੱਕੇ ਹੋ। ਤੁਹਾਨੂੰ ਲੱਗਦਾ ਇਟਸ ਅ ਫੁੱਲ ਸਰਕਲ ਮੂਮੈਂਟ ਆਫ ਲਾਈਫ ਕਿ ਤੁਸੀਂ ਘਰੇ ਸ਼ਬਦ, ਗੁਰਬਾਣੀ, ਕੀਰਤਨ ਇਹ ਸਭ ਕੁਝ ਸੁਣਿਆ ਐਂਡ ਟੁਡੇ ਤੁਸੀਂ ਫਿਰ ਉਹੀ ਚੀਜ਼ ਕਰ ਰਹੇ ਹੋ। ਇਟਸ ਅ ਫੁੱਲ ਸਰਕਲ ਮੂਵਮੈਂਟ ਬੇਸਿਕਲੀ ਫਰੋਮ ਵੇਅਰ ਆਈ ਸੀ। ਹਾਊ ਡੂ ਯੂ ਸੀ ਇਟ? So definitely it is my way of giving back to the society, to the community because ਮੇਰੀ ਜਿਹੜੀ ਸ਼ੁਰੂਆਤ ਹੋਈ ਹੈ ਉਹ ਗੁਰਬਾਣੀ ਨਾਲ ਹੋਈ ਹੈ, ਕੀਰਤਨ ਨਾਲ ਹੋਈ ਹੈ ਤੇ now it is my turn ਕਿ ਕਿਉਂਕਿ ਮੈਂ ਜੋ ਵੀ ਜ਼ਿੰਦਗੀ 'ਚ ਹਾਸਿਲ ਕੀਤਾ ਹੈ it is all because of ਗੁਰਬਾਣੀ and the blessings of my elders ਤੇ ਬਸ ਮੇਰਾ ਇਹੀ ਇੱਕ ਛੋਟੀ ਜਿਹੀ ਮੇਰੀ ਕੋਸ਼ਿਸ਼ ਹੈ ਕਿ ਜਿਹੜਾ ਅਸੀਂ ਨਿਤਨੇਮ ਹੁਣ ਰਿਲੀਜ਼ ਕੀਤਾ ਹੈ ਉਹ ਘਰ ਘਰ 'ਚ ਵੱਜੇ ਤੇ ਯੰਗ ਜਨਰੇਸ਼ਨ ਵੀ ਗੁਰਬਾਣੀ ਨਾਲ ਜੁੜੇ ਤੇ ਜਿਹੜੀ ਸਾਡੀ ਮਦਰਸ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਯੂਜੂਅਲੀ ਜਦੋਂ ਖਾਣਾ ਬਣਾ ਰਹੀ ਹੁੰਦੀ ਹੈ ਤੇ ਪਿੱਛੇ ਚੱਲ ਰਿਹਾ ਹੁੰਦਾ ਹੈ ਗੁਰਬਾਣੀ ਕੀਰਤਨ ਜਾਂ ਨਿਤਨੇਮ ਤੇ ਬਸ ਇਟਸ ਜਸਟ ਅ ਵੇ ਆਫ ਟੂ ਸੇ ਥੈਂਕ ਯੂ। ਮੈਂ ਤੁਹਾਨੂੰ ਦੱਸਦਾ, ਤੁਸੀਂ ਮਦਰਸ ਦੀ ਗੱਲ ਕਰ ਰਹੇ ਹੋ, ਮੈਂ ਆਪ ਅੱਜ ਕਿਉਂਕਿ ਇੱਥੇ ਆਉਣਾ ਸੀ ਇਸ ਲਈ ਨਹੀਂ, ਮੈਂ ਜਨਰਲੀ ਵੀ ਇੱਦਾਂ ਹੀ ਹੁੰਦਾ ਮਿਊਜ਼ਿਕ ਚੱਲਦਾ ਹੈ ਐਂਡ ਆਈ ਗੈਟ ਰੈਡੀ ਫॉर ਮਾਈ ਡੇ ਬਟ ਅੱਜ ਮੈਂ ਸਪੈਸੀਫਿਕਲੀ ਨਿਤਨੇਮ ਲਾਇਆ ਔਰ ਉਹਨੂੰ ਸੁਣਦੀ ਰਹੀ ਔਰ ਨਾਲ ਰੈਡੀ ਹੋ ਕੇ ਆਈ ਹਾਂ ਔਰ ਉਹਦੇ ਨਾਲ ਔਰ ਇੰਨਾ ਪੋਜ਼ਿਟਿਵ, ਇੰਨਾ ਅਪਲਿਫਟਡ, ਇੰਨਾ ਹਾਈ ਔਨ ਐਨਰਜੀ ਫੀਲ ਹੋ ਰਿਹਾ ਨਾ ਅੱਜ ਮੈਨੂੰ ਨਾਰਮਲ ਨਾਲੋਂ ਵੀ ਜ਼ਿਆਦਾ। ਸੋ ਆਲ ਥੈਂਕਸ ਟੂ ਓਬਵੀਅਸਲੀ ਗੁਰਬਾਣੀ ਤੇ ਅਸੀਂ ਜਦੋਂ ਵੀ ਸੁਣਦੇ ਹਾਂ ਦਿਲ ਖੁਸ਼ ਹੀ ਹੁੰਦਾ ਹੈ ਬਟ ਇੱਕ ਆਵਾਜ਼ ਦਾ ਵੀ ਜਾਦੂ ਹੁੰਦਾ ਹੈ, ਉਹ ਨਾਲ ਜਿਹੜੀ ਮਿਠਾਸ ਰਹਿ ਜਾਂਦੀ, ਉਹ ਸਕੂਨ ਰਹਿ ਜਾਂਦਾ ਹੈ, ਉਹ ਬਹੁਤ ਇੰਪੋਰਟੈਂਟ ਹੁੰਦਾ ਹੈ ਐਂਡ ਆਈ ਰੀਅਲੀ ਜੈਨੂਇਨਲੀ ਫੈਲਟ ਦੈਟ। ਥੈਂਕ ਯੂ ਸੋ ਮਚ। ਦੇਖੋ ਸਾਡਾ ਕਰਨ ਦਾ ਮੋਟਿਵ ਹੀ ਇਹੀ ਸੀ ਕਿਉਂਕਿ ਯੂਜੂਅਲੀ ਹੁਣ ਜਦੋਂ ਕੋਈ ਵੀ ਬੱਚਾ ਪਾਠ ਕਰਦਾ ਜਾਂ ਗੁਰਬਾਣੀ ਪੜ੍ਹਦਾ ਯੂਜੂਅਲੀ ਅਸੀਂ ਗੁਟਕਾ ਸਾਹਿਬ ਲੈ ਕੇ ਕਰਦੇ ਸੀ, ਫਿਰ ਐਪਸ ਤੇ ਸ਼ਿਫਟ ਹੋ ਗਏ, ਫੋਨ ਤੇ ਟਰੈਵਲ ਕਰ ਰਹੇ ਹਾਂ ਤੇ ਨਾਲ ਪਾਠ ਕਰ ਰਹੇ ਹਾਂ ਤੇ ਕਰੈਕਟ ਨਾਓ ਇਟ ਇਜ਼ ਅ ਜਨਰੇਸ਼ਨ ਜਿਹੜੀ ਸੁਣਦੀ ਹੈ ਤੇ ਸਿੱਖਦੀ ਹੈ। ਸੋ ਆਈ ਥਿੰਕ ਦੈਟ ਇਜ਼ ਦ ਬੈਸਟ ਵੇ ਟੂ ਪੁੱਟ ਇਟ ਫਾਰਵਰਡ ਕਿ ਹੁਣ ਤੁਸੀਂ ਨਿਤਨੇਮ ਆਰਾਮ ਨਾਲ ਗੱਡੀ 'ਚ ਜਾ ਰਹੇ ਹੋ ਸੁਣ ਸਕਦੇ ਹੋ ਤੇ ਰਸਤੇ 'ਚ ਜਾ ਰਹੇ ਹੋ ਤੁਸੀਂ ਪਾਠ ਸੁਣਦੇ ਜਪਜੀ ਸਾਹਿਬ ਸੁਣਦੇ ਪਹੁੰਚ ਜਾਓਗੇ। ਸੋ ਇਟਸ ਅ ਵੇ ਟੂ ਡੂ ਯੋਰ ਥਿੰਗਸ ਵਿਦ ਦ ਬਲੈਸਿੰਗਸ ਆਫ ਗੁਰੂ ਸਾਹਿਬ। ਬਿਲਕੁਲ। ਅਸੀਂ ਕਿਉਂਕਿ ਤੁਸੀਂ ਗੁਰੂ ਸਾਹਿਬ ਦੀ ਗੱਲ ਕਰ ਰਹੇ ਹੋ, ਅਸੀਂ ਗੁਰਬਾਣੀ ਦੀ ਗੱਲ ਕਰ ਰਹੇ ਹਾਂ, ਮੈਂ ਜਾਣਨਾ ਚਾਹੁੰਦੀ ਹਾਂ ਤੁਹਾਡਾ ਬਚਪਨ ਤੋਂ ਹੀ ਸਪਿਰਿਚੁਅਲਿਟੀ ਵੱਲ ਧਿਆਨ ਸੀਗਾ ਜਾਂ ਵਿਦ ਏਜ ਵਿਦ ਥਿੰਗਸ ਜਦੋਂ ਹੁੰਦੀਆਂ ਸਾਡੇ ਨਾਲ ਫਿਰ ਸਾਡਾ ਇੱਕ ਕਨੈਕਸ਼ਨ ਥੋੜ੍ਹਾ ਜ਼ਿਆਦਾ ਡੀਪਰ ਹੁੰਦਾ ਜਾਂਦਾ ਹੈ? ਹਾਊ ਡਿਡ ਇਟ ਹੈਪਨ ਫॉर ਯੂ? ਸੋ ਇਟ ਹੈਪਨ ਬਿਕਾਜ਼ ਆਫ ਮਾਈ ਫਾਦਰ। ਉਹ ਚਾਹੁੰਦੇ ਸੀ ਕਿ ਅਸੀਂ ਗੁਰਬਾਣੀ ਗਾਈਏ, ਸ਼ਬਦ ਕੀਰਤਨ ਕਰੀਏ ਗੁਰਦੁਆਰੇ ਵਿੱਚ। ਸੋ ਮਾਈ ਇੰਟਰੋਡਕਸ਼ਨ ਟੂ ਮਿਊਜ਼ਿਕ ਇਜ਼ ਕੀਰਤਨ। ਸੋ ਇਟ ਸਟਾਰਟਡ ਫਰੋਮ ਦੇਅਰ ਐਂਡ ਇਵੈਂਚੁਅਲੀ ਜਿਹੜਾ ਬੌਂਡ ਸੀ ਜਦੋਂ ਤੁਸੀਂ ਕਹਿ ਰਹੇ ਹੋ ਡੀਪਰ ਹੁੰਦਾ ਜਾਂਦਾ ਬਿਕਾਜ਼ ਜ਼ਿੰਦਗੀ 'ਚ ਉਤਾਰ ਚੜਾਵ ਤੇ ਆਉਂਦੇ ਹੀ ਹੈ, ਸਾਰਿਆਂ ਦੀ ਜ਼ਿੰਦਗੀ 'ਚ ਆਉਂਦੇ ਤੇ ਵੈਨ ਯੂ ਫੀਲ ਲੋ ਦੇਰ ਇਜ਼ ਵਨ ਐਂਕਰ ਵਿਚ ਕੈਨ ਟੇਕ ਯੂ ਆਊਟ ਆਫ ਇਟ ਤੇ ਦੈਟ ਹੈਜ਼ ਆਲਵੇਜ਼ ਬੀਨ ਗੁਰਬਾਣੀ ਫॉर ਮੀ। ਸੋ ਯਾ ਦ ਬੌਂਡ ਗ੍ਰਿਊ ਡੀਪਰ ਐਂਡ ਡੀਪਰ। ਯੈਸ, ਅਸੀਂ ਹੁਣੇ ਰੀਸੈਂਟਲੀ ਇੱਕ ਸਟੱਡੀ ਹੋਈ ਹੈ ਐਂਡ ਦੇ ਆਰ ਸੇਇੰਗ ਕਿ ਜਿਹੜੀ ਜੈਨ ਜ਼ੀ ਹੈ, ਜਿਹੜੀ ਨਵੀਂ ਜਨਰੇਸ਼ਨ ਹੈ, ਇਹ ਪਿਛਲੀ ਜਨਰੇਸ਼ਨ ਯਾਨੀ ਕਿ ਮੇਰੀ ਮਿਲੇਨੀਅਲ ਜਨਰੇਸ਼ਨ ਤੋਂ ਵੀ ਜ਼ਿਆਦਾ ਡਿਵੋਸ਼ਨ ਦੇ ਵੱਲ ਜਾ ਰਹੀ ਹੈ, ਸਪਿਰਿਚੁਅਲਿਟੀ ਦੇ ਵੱਲ ਜਾ ਰਹੀ ਹੈ। ਔਰ ਅਸੀਂ ਦੇਖਦੇ ਵੀ ਅੱਜ ਕੱਲ੍ਹ ਵੱਖਰੇ ਤਰੀਕੇ ਦੇ ਨਾ ਬਹੁਤ ਸਾਰੇ ਕਿਤੇ ਭਜਨ ਹੁੰਦਾ, ਭਜਨ ਕਲੱਬਿੰਗ ਐਂਡ ਸੋ ਮੈਨੀ ਮੋਰ ਥਿੰਗਸ ਜਿੱਥੇ ਕਿ
youth जुड़ रहा है with their respective religion. So how do you see it कि नवी generation ਹੁਣ actually ਸੁਣਨਾ ਚਾਹੁੰਦੀ ਹੈ to these calmer ਜਿੱਦਾਂ ਨਿਤਨੇਮ ਹੈ ਵੀ ਅਸੀਂ ਥੋੜਾ calm down ਹੋਣਾ ਚਾਹੁੰਦੇ ਹਾਂ, ਕਿਵੇਂ ਦੇਖਦੇ ਹੋ ਤੁਸੀਂ ਇਸ ਚੀਜ਼ ਨੂੰ? सी रीज़न भी है कि साडी ज़िंदगी बहुत फास्ट पेस्ड हो गई है, अटेंशन स्पैन्स बहुत घट हो गए हैं. सो यू नीड समथिंग विच calms your nerves and brings you at peace. So younger generation is taking a great step ਜੇ ਮੈਡੀਟੇਸ਼ਨ ਕਰ ਰਹੇ ਹੈ, ਸੁਣ ਰਹੇ ਹੈ, ਸਮਝ ਰਹੇ ਹੈ ਆਪਣੇ ਕਲਚਰ ਨੂੰ, ਆਪਣੀ ਸਪਿਰਿਚੁਅਲਿਟੀ ਨੂੰ. ਐਂਡ ਯੰਗਰ ਜਨਰੇਸ਼ਨ ਇਜ਼ ਵੈਰੀ ਪਰਟੀਕੂਲਰ ਆਲਸੋ ਅਬਾਊਟ ਇਟ. ਮਤਲਬ ਮੈਂ ਵੇਖਦੀ ਹਾਂ ਛੋਟੇ ਛੋਟੇ ਬੱਚੇ, ਵੀ ਨੀਡ ਆਰ ਸਪੇਸ, ਸਾਨੂੰ ਆਪਣਾ ਟਾਈਮ ਚਾਹੀਦਾ ਹੈ, ਅਸੀਂ ਸਾਰਾ ਟਾਈਮ ਸਭ ਦੇ ਨਾਲ ਨਹੀਂ ਬਹਿ ਸਕਦੇ, ਉਹ ਸਭ ਹੈ. ਸੋ ਦੇ ਆਰ ਟੇਕਿੰਗ ਆਊਟ ਟਾਈਮ ਫॉर देमसेल्व्स, ਜੋ ਕਿ ਬਹੁਤ ਜ਼ਰੂਰੀ ਹੈ. ਬਹੁਤ ਸਾਰੇ ਮੀਮਸ ਹੀ ਤੁਸੀਂ ਵੇਖਿਆ ਕਿ ਮਿਲੇਨੀਅਲਸ ਤੇ ਮਤਲਬ बहुत प्रेशर है जॉब विच तां भी करे जा रहे हैं ते जेन ज़ी आएगा नो आई नीड टू टेक अ ब्रेक. सो दैट इज़ हैपनिंग. सो यंगर जनरेशन इज़ ओपन टू इमोशंस एंड दे आर टेकिंग स्टेप्स जिहड़ा उन्हां दी मेंटल हेल्थ लई बहुत ज़रूरी है, विच इज़ अ गुड थिंग. सो नितनेम विल ओनली हेल्प देम टू ग्रो स्पिरिचुअली and to be at a calmer space. Absolutely. Now you yourself is also a new mom, right? Yeah. Har Fateh is the name, right? जी. So Har Fateh ਨੂੰ ਤੁਸੀਂ ਗੁਰਬਾਣੀ ਸਿਖਾਉਂਦੇ ਹੋ ਜਾਂ ਸੁਣਾਉਂਦੇ ਹੋ? ਉਹ ਕਿਵੇਂ Of ਰਿਐਕਟ course. ਕਰਦੇ ਨੇ? ਦੇਖੋ ਜਦੋਂ ਤੋਂ ਉਹ ਪੈਦਾ ਹੋਇਆ ਉਹਦੇ ਕੰਨ 'ਚ ਗੁਰਬਾਣੀ ਪੈ ਹੀ ਰਹੀ ਹੈ, ਬਿਕੋਜ਼ ਅਸੀਂ ਵੀ ਕੀਰਤਨ ਕਰਦੇ ਹਾਂ ਘਰ ਤੇ ਪਾਠ ਵੀ ਚੱਲਦਾ ਰਹਿੰਦਾ ਤੇ ਲਾਈਕ ਦੇयर इज़ अ ਵੈਰੀ ਸਮਾਲ ਰਿਚੁਅਲ, ਬਟ ਮੈਨੂੰ ਲੱਗਦਾ ਹੈ ਕਿ ਐਜ਼ ਅ ਪੈਰੈਂਟ ਇਟ ਇਜ਼ ਮਾਈ ਰਿਸਪੌਂਸਿਬਿਲਿਟੀ ਕਿ ਮੈਂ ਉਹਦੇ ਵਿੱਚ ਇਨਸਟਿਲ ਕਰਾਂ ਇਹ ਸਾਰੀ ਕੁਆਲਿਟੀਜ਼. ਲਾਈਕ ਜਦੋਂ ਸਕੂਲ ਜਾਂਦਾ ਹੈ ਤੇ ਗੱਡੀ 'ਚ ਸ਼ਬਦ ਅਸੀਂ ਪਲੇ ਕਰਦੇ ਹਾਂ, ਤਾਤੀ ਵਾਓ ਨਾ ਲੱਗ ਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ. ਕਿਉਂ? ਕਿਉਂਕਿ ਉਹ ਘਰੋਂ ਬਾਹਰ ਜਾ ਰਿਹਾ ਤੇ ਐਜ਼ ਅ ਮਦਰ ਆਈ ਐਮ ਸਕੈਰਡ, ਮੈਨੂੰ ਡਰ ਲੱਗਦਾ ਤੇ ਮੈਂ ਕੀ ਕਰਦੀ ਹਾਂ, ਅਰਦਾਸ ਕਰ ਸਕਦੀ ਹਾਂ ਤੇ ਬਾਬਾ ਜੀ ਨੂੰ ਅਰਦਾਸ ਕਰਾਂ ਕਿ ਮਤਲਬ ਅੰਗ ਸੰਗ ਸਹਾਈ ਰਹਿਣਾ ਮੇਰੇ ਬੇਟੇ ਦੇ. ਸੋ these small things eventually ਉਹਦੀ ਜ਼ਿੰਦਗੀ ਦਾ ਹਿੱਸਾ ਬਣ ਜਾਣਗੇ. ਇਟ ਵਿਲ ਨਾਟ ਬੀ ਫੋਰਸਡ. 100% I agree. ਜਿੰਨਾ ਨੈਚੁਰਲੀ ਤੁਸੀਂ ਕਰ ਸਕਦੇ ਹੋ that is the best way. like to all the new parents, ਜੇ ਤੁਸੀਂ ਜਿਹੜੇ ਵੀ ਰਿਲੀਜਨ ਤੋਂ ਹੋ, always take out some time ਆਪਣੇ ਬੱਚੇ ਨਾਲ spend ਕਰੋ which like pushes them towards spirituality. ਐਬਸੋਲੂਟਲੀ. ਜੋ ਤੁਸੀਂ ਇਹ ਗੱਲ ਕਹੀ ਹੈ ਨਾ, ਇਹ ਮੈਂ ਇਹਦਾ ਲਿਵਿੰਗ ਪ੍ਰੂਫ ਹਾਂ. ਬਚਪਨ ਦੇ ਵਿੱਚ ਮੈਂ ਜਦੋਂ ਵੀ ਸਕੂਲ ਜਾਂਦੀ ਸੀਗੀ, ਸੋ ਮਾਈ ਗ੍ਰੈਂਡਫਾਦਰ ਯੂਜ਼ ਟੂ ਡ੍ਰੌਪ ਮੀ ਐਂਡ ਹੀ ਆਲਵੇਜ਼ ਯੂਜ਼ ਟੂ ਪਲੇ ਭਜਨਸ, ਤੇ ਉਹ ਮੇਰੇ ਮਾਈਂਡ ਦੇ ਵਿੱਚ ਇਦਾਂ ਛਪੇ ਹੋਏ ਨੇ ਜਿੱਦਾਂ ਇਟਸ ਲਾਈਕ ਪ੍ਰੋਪਰਲੀ ਇੰਬੈਡਡ ਨਹੀਂ ਹੁੰਦੇ ਜਿੱਦਾਂ ਮਾਈਂਡ 'ਚ. ਤੇ ਕੀ ਹੋਏਗਾ ਜਦੋਂ ਤੁਸੀਂ ਕਿਸੇ ਪ੍ਰੋਬਲਮ ਵਿੱਚ ਵੀ ਹੋਵੋਗੇ ਨਾ, you'll go back to that moment and you'll find a solution, ਪਤਾ ਨਹੀਂ ਕੈਸੇ, but you will find it. Exactly. ਤੇ ਬੱਚਾ ਬਹੁਤ ਰਿਸੈਪਟਿਵ ਹੁੰਦਾ ਹੈ, ਲਾਈਕ ਅਰਾਊਂਡ 2 years to 4 years, ਤੇ ਜਿੰਨਾ ਅਸੀਂ ਨੈਚੁਰਲੀ ਇੰਬੈਡ ਕਰ ਦਿਆਂਗੇ ਉਹਦੇ ਵਿੱਚ, ਇਟ ਵਿਲ ਹੈਲਪ them only ਜਦੋਂ ਉਹ ਵੱਡੇ ਹੋਣਗੇ. ਬਿਕੋਜ਼ ਜ਼ਿੰਦਗੀ 'ਚ ਬਹੁਤ ਉਤਾਰ ਚੜਾਵ ਆਉਂਦਾ ਹੈ, ਪ੍ਰੋਬਲਮਸ ਆਉਂਦੀਆਂ ਨੇ, ਯੂ ਹੈਵ ਵਨ ਸੋਲਿਊਸ਼ਨ ਟੂ ਗੋ ਟੂ. ਐਬਸੋਲੂਟਲੀ. ਟਾਕਿੰਗ ਅਬਾਊਟ ਦ ਉਤਾਰ ਚੜਾਵ, ਅਸੀਂ ਜਦੋਂ ਤੁਹਾਡੇ ਤੇ ਕੋਈ ਲੋ ਮੂਮੈਂਟ ਸਮਟਾਈਮਸ ਯੂ ਆਰ ਆਲ ਲੋ, ਔਰ ਸਪੈਸ਼ਲੀ ਇਨ ਦੀ ਇੰਡਸਟਰੀ ਦੇਰ ਕੈਨ ਬੀ ਡੇਜ਼ ਜੋ ਤੁਹਾਡੇ ਤੇ ਟੋਲ ਲੈ ਸਕਦੇ ਨੇ, ਦੇ ਕੈਨ ਬੀ ਵੇਰੀਡ ਡੇਜ਼, ਰਾਈਟ? ਸੋ ਤੁਸੀਂ ਕੀ ਕਰਦੇ ਹੋ? ਹਾਊ ਡੂ ਯੂ ਸਪੈਂਡ ਯੋਰ ਡੇਜ਼ ਵੈਨ ਯੂ ਵਾਂਟ ਟੂ ਜਸਟ ਰਿਲੈਕਸ ਐਂਡ ਕਾਮ ਡਾਊਨ? ਉਹ ਤੁਹਾਡਾ ਰੂਟੀਨ ਕੀ ਹੈ? Very simple routine. I sit alone, whether in my balcony or in my room, play some nice music and calming music and have a cup of coffee. Mainly what you need is you need time with yourself. You have that for some time, 30 minutes, an hour, and you'll be like, you'll always feel better. Already it will affect your mood and like it will be fine. Yeah. So you're good to go after a cup of coffee and me time. Yeah, some me time, and that depends कि वो me time चल कितना लंबा रहा है. That depends on कि problem कितना बड़ा है. अच्छा, so do moms also get me time? No, they don't get, to be very honest, because जैसे अभी भी मैं यहाँ हूँ, बैक ऑफ द माइंड मेरे चल रहा है कि हर फतेह जाग गया होगा स्कूल से आने के बाद, सोया हो तो अभी उठ गया होगा, कुछ खाया नहीं खाया उसने, तो वो दैट इज़ अ कॉन्स्टेंट थॉट गोइंग. बट या यू हैव टू टेक आउट टाइम फॉर योर सेल्फ. मगर अगर आप, क्योंकि आप खुद को टाइम नहीं दे रहे हो, आप खुद अपनी ज़िंदगी में खुश नहीं हो, तो आप अपने बच्चे को ध्यान नहीं दे सकते. अ हैप्पी मदर इज़ अ वेरी इंपॉर्टेंट एस्पेक्ट ऑफ योर लाइफ टू बी अ ग्रेट. A happy person is a very important aspect to be a great mother.
ਐਬਸੋਲੂਟਲੀ ਅਸੀਂ ਪਤਾ ਹੈ ਇਹ ਵਾਲੀ ਜਿਹੜੀ ਜਨਰੇਸ਼ਨ ਹੈ ਨਾ ਜਿਹਦੇ ਵਿੱਚ ਅਸੀਂ ਆ ਤੁਸੀਂ ਉਹ ਇਹ ਵਾਲੀ ਜਨਰੇਸ਼ਨ ਇਹ ਚੀਜ਼ ਨੂੰ ਬੜੇ ਅੱਛੇ ਤਰ੍ਹਾਂ ਵੋਕਲਾਈਜ਼ ਕੀਤਾ ਯੂ نو ਕਿ I need my space, I need my time. So I was talking to my mom yesterday and you know reels they देख के they've also gotten the hang of the thing. So she was telling me on call and I was so shocked. She was telling me नहीं ਮੈਨੂੰ ਵੀ ਫਿਰ ਆਪਣਾ ਟਾਈਮ ਚਾਹੀਦਾ ਹੈ ਨਾ I also need my I was so shocked ਕਿਉਂਕਿ ਸਾਡੀ ਮਦਰਸ ਨੇ ਕਦੀ ਇਦਾਂ ਸੋਚਿਆ ਹੀ ਨਹੀਂ ਕਦੀ ਬੋਲਿਆ ਹੀ ਨਹੀਂ ਕਦੀ ਕਿਹਾ ਹੀ ਨਹੀਂ ਕਿ ਮੀ ਟਾਈਮ ਵੀ ਕੋਈ ਚੀਜ਼ ਹੁੰਦੀ so now with this real generation they've also understood better है कम से कम थोड़ा टाइम अपने लिए ਕੱਢਣਗੇ I was so happy yeah so that is important actually ਐਬਸੋਲੂਟਲੀ ਬਟ ਤੁਹਾਡੇ ਵਰਗੇ ਲੋਕਾਂ ਦੀ ਜਦੋਂ ਇੰਟਰਵਿਊਜ਼ ਹੁੰਦੀਆਂ ਨੇ ਗੱਲਾਂ ਇਹੀ ਰੀਲਸ ਨੇ ਉਹ ਜੋ ਦੇਖ ਕੇ ਮੰਮੀ ਇਨਸਪਾਇਰ ਹੋਏ ਨੇ all the best so what I'm telling was ਕਿ ਇਹ ਥੈਂਕ ਯੂ ਫॉर ਸਪੀਕਿੰਗ ਇਟ ਆਊਟ ਬਿਕਾਜ਼ ਬਹੁਤ ਲੋਕ ਇਨਸਪਾਇਰ ਹੁੰਦੇ ਨੇ ਬਹੁਤ ਅਸੀਂ ਜਿਨ੍ਹਾਂ ਨੂੰ ਨਹੀਂ ਵੀ ਯੂ نو ਪਤਾ ਵੀ ਨਹੀਂ ਕਿ ਉਹ ਏਜ ਗਰੁੱਪ ਵੀ ਟਾਰਗੇਟ ਹੋ ਸਕਦਾ ਉਹ ਵੀ ਇਨਸਪਾਇਰ ਹੁੰਦੇ ਮਤਲਬ ਮੈਂ ਹੁਣੇ ਵੀ ਜਦੋਂ ਆਪਣੀ ਮਦਰ ਨੂੰ ਵੇਖਦੀ ਆ she is still working 24/7 ਮੇਰਾ ਵਿਆਹ ਹੋ ਗਿਆ ਫਿਰ ਵੀ ਲਾਈਕ ਉਹਨਾਂ ਦੇ ਬੈਕ ਆਫ ਮਾਈਂਡ ਵਿੱਚ ਚੱਲ ਹੀ ਰਿਹਾ ਹੋਏਗਾ ਸੀਜ਼ ਦੇ ਆਊਟਫਿਟ ਹੋ ਗਿਆ ਹੋਏਗਾ ਇਹ ਕਰ ਲਿਆ ਉਹਨੇ ਅੱਛਾ ਉਹਨੇ ਖਾਣਾ ਖਾਇਆ ਉਹ ਵਾਲੀ ਮਦਰਸ ਦੀ ਤੇ ਮੈਂ ਬਰਾਬਰੀ ਕਰ ਹੀ ਨਹੀਂ ਸਕਦੀ ਮਤਲਬ ਫॉर ਮੀ ਇਟਸ ਲਾਈਕ ਮੈਂ ਆਪਣੀ ਮੰਮੀ ਦੇ 10% ਵੀ ਅਗਰ ਬਣ ਗਈ ਤੇ ਹਰਫਤੇ ਦੀ ਲਾਈਫ ਸੌਰਟਡ ਹੈ ਸੋ that is that generation of mothers That's true. So ਅਸੀਂ ਗੱਲਬਾਤ ਕਰ ਰਹੇ ਸੀ ਸਪਿਰਿਚੁਅਲਿਟੀ ਦੇ ਬਾਰੇ ਤੁਹਾਡੀ ਜਰਨੀ ਦੇ ਬਾਰੇ ਇਹ ਸਾਰੀਆਂ ਗੱਲਾਂ ਜ਼ਰੂਰ ਚੰਗੀਆਂ ਲੱਗਦੀਆਂ ਨੇ ਜਦੋਂ ਇੱਕ ਬੰਦਾ ਨਾ ਸਕਸੈਸਫੁਲ ਬਣ ਜਾਂਦਾ ਹੈ ਯੂ نو ਨੋਬਡੀ ਸ਼ਾਹਰੁਖ ਖਾਨ ਦੀ ਬਹੁਤ ਫੇਮਸ ਲਾਈਨ ਹੈ ਕਿ ਫਿਲਾਸਫੀ ਉਹਨਾਂ ਦੇ ਮੂੰਹੋਂ ਚੰਗੀ ਲੱਗਦੀ ਹੈ ਜਿਨ੍ਹਾਂ ਨੇ ਕੁਝ ਅਚੀਵ ਕੀਤਾ ਹੋਇਆ ਲਾਈਫ ਦੇ ਵਿੱਚ ਔਰ ਤੁਹਾਡੀ ਇਹ ਜਿਹੜੀ ਅਚੀਵਮੈਂਟ ਹੈ ਬਹੁਤ ਪਰਸਨਲ ਇਸ ਕਰਕੇ ਸਾਨੂੰ ਪੰਜਾਬੀਆਂ ਨੂੰ ਲੱਗਦੀ ਹੈ ਬਿਕਾਜ਼ ਤੁਸੀਂ ਸਾਡੇ ਬੜੇ ਕੋਲੋਂ ਇੱਥੋਂ ਨੇੜਿਓਂ ਤੋਂ ਇੰਨੇ ਵੱਡੇ ਬਣੇ ਹੋ ਸੋ ਆਈ ਵਾਂਟ ਟੂ ਨੋ ਤੁਹਾਡੇ ਅਕੋਰਡਿੰਗਲੀ ਤੁਹਾਡੀ ਜਰਨੀ ਦਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਤੁਹਾਨੂੰ ਕੀ ਲੱਗਦਾ ਹੈ ਕਿ ਦਿਸ ਵਾਸ ਦ ਮੋਮੈਂਟ ਆਈ ਫੈਲਟ ਆਈ ਹੈਵ ਅਰਾਈਵਡ I think that will be when I received my first Filmfare Award because ਮੇਰੇ ਲਈ ਉਹ recognition ਬਹੁਤ important ਸੀ ਮੇਰਾ ਇੱਕ ਸੁਪਨਾ ਵੀ ਸੀ ਜਦੋਂ ਮੈਂ ਪਾਣੀਪਤ ਵੀ ਰਹਿੰਦੀ ਸੀ ਕਿ ਮੈਂ ਕਦੋਂ ਅਵਾਰਡਸ ਲਾਂਗੀ ਆਪਣੇ ਗਾਣਿਆਂ ਲਈ so I think that was the moment I first time felt ਕਿ I've arrived, I've achieved in my life. So oh thoda I have arrived moment siga. Yeah. It was for a song Kabir Singh. No, it was for Malang. It was for Malang. The My first film film for it, yeah. Okay ਅੱਛਾ ਉਸ ਟਾਈਮ ਤੇ that was a moment for you but ਮੈਂ ਤੁਹਾਨੂੰ ਦੱਸਾਂ ਜਦੋਂ first time ਮੈਂ ਬੋਲਣਾ ਸੁਣਿਆ ਸੀਗਾ ਨਾ ਹਾਂ that was my moment ਕਿ what is this voice, what is this new voice that I'm listening to ਬੋਲਣਾ was also like a very yeah ਬੋਲਣਾ was the song ਜਿਹਦੇ ਕਰਕੇ ਸਭ ਹੋਇਆ that was my first song and ਉਹਨੂੰ ਇੰਨਾ ਪਿਆਰ ਮਿਲਿਆ ਮਤਲਬ ਉਹ ਕਹਿੰਦੇ ਨੇ ਕਿ ਬੀਜ ਬਹੁਤ ਹੈ ਤੇ ਜਦੋਂ ਫਿਰ ਉਹ ਵੱਡਾ ਹੋਇਆ ਫਿਰ ਉਹ ਅਵਾਰਡ ਮਿਲਿਆ ਉਹ ਰਿਕਗਨੀਸ਼ਨ ਹੌਲੀ ਹੌਲੀ ਕਰਕੇ ਆਈ ਹੈ everything happened because of ਬੋਲਣਾ actually ਯੈਸ ਅੱਛਾ ਤੁਸੀਂ ਕਿਹਾ ਵੀ ਮੈਂ ਜਦੋਂ ਪਾਣੀਪਤ 'ਚ ਸੀ ਮੈਂ ਉਦੋਂ ਵੀ ਸੋਚਦੀ ਸੀ ਕਿ ਮੈਨੂੰ ਅਵਾਰਡਸ ਮਿਲਣਗੇ Yeah. ਅਸੀਂ ਤੁਸੀਂ ਲਾਈਕ ਆਲ ਆਰਟਿਸਟ ਡੂ ਤੁਸੀਂ ਆਪਣੇ ਮਿਰਰ ਦੇ ਸਾਹਮਣੇ ਪ੍ਰੈਕਟਿਸ ਕਰਦੇ ਸੀ ਆਈ ਊਡ ਲਾਈਕ ਟੂ ਥੈਂਕ ਦਿਸ ਐਂਡ ਦੈਟ ਐਂਡ ਦਿਸ ਨਹੀਂ ਐਕਚੁਅਲੀ ਮੈਂ ਉਹ ਪ੍ਰੈਕਟਿਸ ਤੇ ਕਦੀ ਨਹੀਂ ਕੀਤੀ ਲਾਈਕ ਉਹ ਇੱਕ ਵਿਜ਼ਨ ਸੀ ਸਿਰਫ ਦਿਮਾਗ 'ਚ ਹਾਂ ਕਿ ਅਵਾਰਡ ਲੈਣਾ ਹੈ ਉਸ ਤੋਂ ਬਾਅਦ ਕੀ ਬੋਲਣਾ ਹੈ ਕੀ ਹੋਏਗਾ ਦੈਟ ਆਈ ਨੈਵਰ ਪ੍ਰੈਕਟਿਸਡ ਮੈਨੂੰ ਲੱਗਦਾ ਜੇ ਤੁਸੀਂ ਪ੍ਰੈਕਟਿਸ ਕਰ ਵੀ ਲਓ ਵੈਨ ਯੂ ਗੋ ਔਨ ਸਟੇਜ ਇਟਸ ਅ ਬਲੈਂਕ ਉਹ ਫਿਰ ਕੁਝ ਨਵਾਂ ਹੀ ਨਿਕਲਦਾ ਹੈ ਅੰਦਰੋਂ ਜਿਹੜੀ ਟਰੂ ਫੀਲਿੰਗ ਹੁੰਦੀ ਹੈ ਨਾ ਉਹ ਨਿਕਲਦੀ ਹੈ ਯੂ ਕੈਨਟ ਪ੍ਰੈਕਟਿਸ ਇਟ ਯੂ ਕੈਨਟ ਪ੍ਰੈਕਟਿਸ ਅ ਵਿਨਿੰਗ ਸਪੀਚ ਬਿਕਾਜ਼ ਉਹ ਫੀਲਿੰਗ ਇੱਕਦਮ ਸਭ ਬਦਲ ਦਿੰਦੀ ਹੈ ਵੈਨ ਯੋਰ ਨੇਮ ਇਜ਼ ਅਨਾਊਂਸਡ ਸਭ ਕੁਝ ਬਦਲਦਾ ਹੈ ਤੁਹਾਨੂੰ ਸਭ ਯਾਦ ਆਉਂਦਾ ਤੁਸੀਂ ਕਿਸ ਤਰ੍ਹਾਂ ਸ਼ੁਰੂ ਕੀਤਾ ਸੀ ਕਿਹੜੇ ਕਿਹੜੇ ਸਟਰਗਲ ਤੁਸੀਂ ਵੇਖੇ ਕਿੰਨਾ ਮੁਸ਼ਕਿਲ ਸੀ ਜਰਨੀ ਫਿਰ ਉਸ ਦੇ ਬਾਅਦ ਉਹ ਫਿਰ ਸਪੀਚ ਬਾਹਰ ਆਉਂਦੀ ਹੈ that's true ਅੱਛਾ ਸ਼ੁਰੂਆਤ ਦੀ ਤੁਸੀਂ ਗੱਲ ਕੀਤੀ ਇਫ ਆਮ ਨਾਟ ਰੋਂਗ ਤੁਸੀਂ ਉਸਤਾਦ ਪੂਰਨ ਸ਼ਾਹ ਕੋਟੀ ਜੀ ਕੋਲੋਂ ਵੀ ਉਸਤਾਦੀ ਲਿੱਤੀ ਹੈ ਰਾਈਟ ਸੋ ਉਹਨਾਂ ਨੇ ਤੁਹਾਨੂੰ ਸ਼ਾਗਿਰਦ ਧਾਰਿਆ ਸੀ ਪ੍ਰੋਪਰ ਜਾਂ ਹਾਊ ਵਾਸ ਇਟ ਨਹੀਂ ਉਹਨਾਂ ਨੇ ਉਸ ਡੈਡੀ ਜੀ ਨੇ ਕਦੀ ਵੀ ਕੁੜੀਆਂ ਨੂੰ ਸ਼ਾਗਿਰਦ ਨਹੀਂ ਪਾਇਆ ਬਟ ਮੀ ਐਂਡ ਦਿਦਾਰ ਵਰ ਦ ਓਨਲੀ ਗਰਲਸ ਜਿਨ੍ਹਾਂ ਨੇ ਉਹਨਾਂ ਸ਼ਾਗਿਰਦੀ ਦਿੱਤੀ ਤੇ ਇਟਸ ਅ ਗ੍ਰੇਟ ਆਨਰ to be his shagirds and to take on the legacy ahead. Wow, that's so unique, so beautiful. ਅੱਛਾ ਇੱਕ ਪੰਜਾਬੀ ਦੇ ਵਿੱਚ ਜੇ ਮੈਂ ਗੱਲ ਕਰਾਂ ਨਾ ਜੇ ਪੰਜਾਬੀ ਸੀਨ ਦੇ ਵਿੱਚ 뮤직 ਸੀਨ ਦੇ ਵਿੱਚ again then when this voice again hit all of us was with Apsara. Yes. So ਜਾਨੀ ਦੇ ਨਾਲ ਇਹ ਕੋਲੈਬੋਰੇਸ਼ਨ ਕਿਵੇਂ ਹੋਈ ਸੀ ਯਾਰ? Wow. ਜਾਨੀ ਨੇ ਆਲਰੇਡੀ ਮੇਰੇ ਬਾਲੀਵੁੱਡ ਵਾਲੇ ਸੌਂਗ ਸੁਣੇ ਸੀ
ਤੇ ਹੀ ਆਲਵੇਜ਼ ਹੈਡ ਦਿਸ ਫੀਲਿੰਗ ਕਿ ਜਦੋਂ ਵੀ ਅਸੀਂ ਕੋਲੈਬੋਰੇਟ ਕਰਾਂਗੇ ਇਟ ਵਿਲ ਬੀ ਵੈਰੀ ਸਪੈਸ਼ਲ ਐਂਡ ਆਈ ਥਿੰਕ ਉਹ ਆਪਣੇ ਕਹੇ ਤੇ ਉਤਰੇ ਵੀ ਹੈਗੇ ਪੂਰੇ ਬਿਕਾਜ਼ ਅਪਸਰਾ ਇਜ਼ ਅ Song which is one of its own kind ਇੱਦਾਂ ਦਾ ਗਾਣਾ ਪਹਿਲੇ ਬਣਿਆ ਨਹੀਂ 100% ਮੈਨੂੰ ਲੱਗਦਾ ਵੀ ਨਹੀਂ ਕਿ ਬਾਅਦ ਚ ਕਦੀ ਹੋਰ ਕੋਈ ਬਣੇਗਾ ਬਿਕਾਜ਼ ਉਹ ਗਾਣਾ ਅਲੱਗ ਹੀ ਹੈ ਮੈਨੂੰ ਯਾਦ ਹੈ ਜਦੋਂ ਉਹਨਾਂ ਨੇ ਮੈਨੂੰ ਟਰੈਕ ਭੇਜਿਆ ਸੀ ਮੈਂ ਬੰਬੇ ਸੀ ਉਹਨਾਂ ਨੇ ਮੈਨੂੰ ਉੱਥੇ ਹੀ ਸੈਂਡ ਕੀਤਾ ਸੀ ਗਾਣ ਲਈ ਤੇ ਸਿਰਫ ਕਪਲੇਟ ਸੀ ਤੇ ਸੇਮ ਕੰਪੋਜੀਸ਼ਨ ਸੀ ਤੇ ਮੈਂ ਕਿਹਾ ਇਹ ਕਿਸ ਤਰ੍ਹਾਂ ਇਹਦਾ ਸਟਰਕਚਰ ਹੈ ਕੀ ਬਣ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਤੂੰ ਇਹ ਨਾ ਸੋਚ ਤੂੰ ਬਸ ਮੈਨੂੰ ਗਾ ਕੇ ਭੇਜ ਦੇ ਅੱਛਾ ਤੇ ਮੈਂ ਗਾ ਕੇ ਭੇਜਿਆ ਤੇ ਜਦੋਂ ਫਿਰ ਪੂਰਾ ਸਟਰਕਚਰ ਹੋਇਆ ਗਾਣਾ ਮੈਂ ਪਹਿਲੀ ਵਾਰ ਸੁਣਿਆ ਮੈਨੂੰ ਮਤਲਬ ਆਈ ਵਾਸ ਲਾਈਕ ਕੀ ਬਣਾਤਾ ਹੈ ਇੱਕ ਅਲੱਗ ਹੀ ਬਣ ਗਿਆ ਕਮਾਲ ਹੀ ਹੈ ਬਹੁਤ ਬਿਹਤਰੀਨ ਗਾਣਾ ਬਣਿਆ ਐਂਡ ਇਟ ਵਾਸ ਅ ਫਰਸਟ Song ਟੁਗੇਦਰ ਸੋ ਇਟ ਹੈਜ਼ ਟੂ ਬੀ ਲੈਜੈਂਡਰੀ I can say that ਕਿ it is a legendary song ਐਬਸੋਲੂਟਲੀ ਹੁਣੇ ਕੁਝ ਦਿਨ ਪਹਿਲਾਂ ਮੈਂ ਆਨੰਦਰਾਜ ਆਨੰਦ ਜੀ ਦੇ ਨਾਲ ਗੱਲਬਾਤ ਕਰ ਰਹੀ ਸੀ ਹੀ ਸਪੈਸੀਫਿਕਲੀ ਮੈਂਸ਼ਨਡ ਉਹਨਾਂ ਨੂੰ ਮੈਂ ਪੁੱਛਿਆ ਪੰਜਾਬੀ ਚ ਕੀ ਸੁਣਿਆ ਹੈ ਕਿਵੇਂ ਦਾ ਗਾਣਾ ਪਸੰਦ ਕਹਿੰਦੇ ਅਪਸਰਾ ਬਸ ਉਸ ਤੋਂ ਅੱਗੇ ਕੁਝ ਨਹੀਂ ਉਸ ਤੋਂ ਪਿੱਛੇ ਕੁਝ ਨਹੀਂ ਆਈ ਲਵ ਅਪਸਰਾ ਐਂਡ ਹੀ ਉਹ ਤਾਂ ਬਹੁਤ ਕੁਝ ਸ਼ੇਰੋ ਸ਼ਾਇਰੀ ਵੀ ਕਰ ਗਏ ਸੀਗੇ ਕਿ ਅਪਸਰਾ ਮੈਨੂੰ ਇੰਨੀ ਹਿੱਟ ਕੀਤੀ ਸੀ ਗਾਣਾ ਇੰਨਾ ਹਿੱਟ ਕੀਤਾ ਸੀਗਾ ਸੋ ਆਈ ਮੀਨ ਇਹ ਦੇਖੋ ਤੁਸੀਂ ਜੋ ਪ੍ਰੋਪਰਲੀ ਸ਼ਾਇਦ ਪੰਜਾਬੀ ਨੂੰ ਇੰਨਾ ਸਮਝਦੇ ਵੀ ਨਹੀਂ ਹੈ ਉਹ ਵੀ ਇੰਨਾ ਜ਼ਿਆਦਾ ਪਿਆਰ ਕਰਦੇ ਇਸ ਗਾਣੇ ਨੂੰ ਸੋ ਇਟਸ ਦੈਟ ਬਿਗ ਆਫ ਅ Song ਅਪਸਰਾ ਨੂੰ ਤਾਂ genuinely if I had to count my milestones here ਅਪਸਰਾ ਇਜ਼ ਵਨ ਆਫ ਦ Songs ਔਰ ਜਿੰਨਾ ਪਿਆਰ ਉਸ ਆਵਾਜ਼ ਨੂੰ ਮਿਲਿਆ ਬਿਕਾਜ਼ ਮੈਨੂੰ ਇੰਨੇ ਫੋਨ ਕਾਲਸ ਇੰਨੇ ਮੈਸੇजेस ਆਇਆ ਨਾ ਉਸ ਗਾਣੇ ਤੋਂ ਬਾਅਦ ਲਾਈਕ ਆਈ ਵਾਸ ਲਾਈਕ ਕਮਾਲ ਹੀ ਹੋ ਗਿਆ ਮਤਲਬ ਥੈਂਕ ਯੂ ਜਾਨੀ ਗੁਸਤਾਖੀ ਮੈਂ ਕਰੂੰਗੀ ਜੇ ਇੱਕ ਲਾਈਨ ਤੁਸੀਂ ਨਾ ਸੁਣਾਓ ਇੱਕ ਲਾਈਨ ਜਸਟ क्रॉस जादू है ये कोई या खुदा की माया है तारों की महफिल में हाय चांद आया है तारों की महफिल में हाय चांद आया है Oh my God, I'm dead. क्या बात है सीस. Oh my God, we are a fan. मतलब मैं starting ਚ ਜਿਹੜੀ ਗੱਲ ਕੀਤੀ ਸੀ I have to repeat it here and maybe मैं ਅੱਗੇ ਵੀ 3-4 ਵਾਰੀ repeat ਕਰਾਂ because I am a fan. Oh my God, this is so beautiful. Thank you so much. Okay, tell me when are you doing a Punjabi playback one, like a playback song proper ਜਿੱਚ ਅਸੀਂ ਬਹੁਤ ਸਾਰੇ ਤੁਹਾਡੇ ਗਾਣੇ ਸੁਣੀ full ਜਿੱਦਾਂ ਉਹ ਫਿਲਮਾਂ ਹੁੰਦੀਆਂ ਨੇ musical films. Yeah. So they're only for singers. ਉਹ ਤੇ ਫਿਰ ਡਿਪੈਂਡ ਕਰਦਾ ਹੈ ਕਿ ਕਦੋਂ ਆਫਰ ਆਂਦਾ ਹੈ ਇਦਾਂ ਦਾ ਬਟ ਇਫ ਯੂ ਟਾਕ ਅਬਾਊਟ ਪੰਜਾਬੀ ਫਿਲਮ ਸੌਂਗਸ ਪਾਗਲਾ ਇਜ਼ yes ਉਹਦੇ ਨਾਲ ਵੀ ਮਤਲਬ ਬਹੁਤ ਲੋਕਾਂ ਦੀ ਯਾਦਾਂ ਜੁੜੀਆਂ ਨੇ ਆਈ ਹੈਵ ਨੋ ਆਈਡੀਆ ਮਤਲਬ ਉਹਦੇ ਵਿੱਚ ਸਿਰਫ ਇੱਕ ਲਾਈਨ ਹੈ ਐਂਡ 'ਚ ਆਉਂਦੀ ਹੈ ਪੂਰਾ ਗਾਣਾ ਖਤਮ ਹੋ ਕੇ ਮਤਲਬ ਉਹ ਬਸ ਉਹ ਐਕਚੁਅਲੀ ਫਿਲਮ ਵੀ ਬਹੁਤ ਵਧੀਆ ਤਰੀਕੇ ਨਾਲ ਹੋਇਆ ਸੀਨ ਤੇ ਆਈ ਥਿੰਕ ਦੈਟ ਇਜ਼ ਵਨ ਆਫ ਦ ਸੌਂਗਸ ਵਿਚ ਹੈਜ਼ ਆਲਸੋ ਗॉट ਅ ਲੋਟ ਆਫ ਲਵ ਅਗੇਨ ਜਾਨੀ Deeprak. This combination and then you cherry on the cake मतलब क्या ही कहिए ਅਸੀਂ ਬਹੁਤ ਮਜ਼ਾ ਆਉਂਦਾ doing that musical ਵਾਲਾ ਤੇ ਕਮਾਲ ਹੀ ਹੋ ਜਾਏਗਾ ਹੈ ਨਾ ਮੈਂ ਉਦਾਂ ਦਾ ਕੁਝ ਜੋ ਕਿ ਉਹ ਫਿਲਮਾਂ ਹੁੰਦੀਆਂ ਨੇ ਜੋ ਐਕਚੁਅਲੀ ਸਿੰਗਰ ਦੀ ਫਿਲਮ ਹੁੰਦੀ ਹੈ ਬਿਕਾਜ਼ ਬਾਰ ਸਿੰਗਰ ਦੀ ਆਵਾਜ਼ ਆਉਂਦੀ ਹੈ ਐਂਡ ਵੀ ਲਿਸਨ ਸਮਥਿੰਗ ਲਾਈਕ ਦੈਟ ਆਈ ਥਿੰਕ ਵੀ ਸ਼ੁੱਡ ਡੂ ਅ ਪੰਜਾਬੀ ਫਿਲਮ with you great idea thank you tell me ajkal live concerts are such a big thing you know hun loki jehde artists ne they are demanding arenas they are demanding stadiums they are demanding infrastructure जो कि ਹੁਣ ਲਾਈਵ ਕਨਸਰਟਸ ਦੇ ਹਿਸਾਬ ਨਾਲ ਹੋਣਾ ਚਾਹੀਦਾ ਹੈ ਜੀ ਬਿਕਾਜ਼ ਇਟਸ ਬਿਕਮ ਅ ਨਿਊ ਬਿਗ ਥਿੰਗ ਇਨ ਇੰਡੀਆ ਆਲਸੋ ਨਾਓ ਥੈਂਕਫੁਲੀ ਆਮ ਰੀਲੀ ਹੈਪੀ ਅਬਾਊਟ ਦਿਸ ਚੇਂਜ ਐਕਚੁਅਲੀ ਯਾ ਇਹੀ ਪੁੱਛਣਾ ਚਾਹੁੰਦੀ ਹਾਂ ਹਾਊ ਡੂ ਯੂ ਸੀ ਕਿ ਲਾਈਵ ਕਨਸਰਟਸ ਦੀ ਜਿਹੜੀ ਮਾਰਕੀਟ ਹੈ ਆਡੀਅנס ਹੈ ਲੋਕ ਪੈਸਾ ਖਰਚਣਾ ਚਾਹੁੰਦੇ ਨੇ ਹਾਊ ਯੂ ਲੁਕਿੰਗ ਐਟ ਇਟ ਆਈ ਥਿੰਕ ਇਟ ਵਾਸ ਅ ਚੇਂਜ ਜਿਹੜੇ ਬਹੁਤ ਟਾਈਮ ਤੋਂ ਪੈਂਡਿੰਗ ਸੀ ਹੋਣਾ ਆਮ ਰੀਲੀ ਹੈਪੀ ਕਿ ਇੰਡੀਆ ਵਿੱਚ ਇੱਦਾਂ ਦੀਆਂ ਚੀਜ਼ਾਂ ਹੁਣ ਹੋਣੀਆਂ ਸ਼ੁਰੂ ਹੋ ਗਈਆਂ ਨੇ ਔਰ ਆਰਟਿਸਟ ਆਰ ਸਟਿਲ selling out arenas like throughout the globe. Absolutely. So I'm really happy and infrastructure ਹੁਣ ਜਿਹੜਾ ਇੰਡੀਆ ਵਿੱਚ ਡਿਵੈਲਪ ਹੋ ਰਿਹਾ ਹੈ it will really help the economy and ਜਿਹੜਾ ਹੁਣ ਸਾਨੂੰ ਬਾਹਰ ਨਹੀਂ ਜਾਣਾ ਪਏਗਾ ਵਧੀਆ concerts ਵੇਖਣ ਲਈ if we have the great infrastructure artists ਲਈ ਬਹੁਤ ਅੱਛਾ ਹੈ because we get the proper tech support and ਜਿਹੜੇ ਸਾਡੇ listeners ਨੇ ਉਹਨਾਂ ਨੂੰ best performances ਦੇਖਣ ਨੂੰ ਮਿਲਣਗੀਆਂ so it's a great change yes ਅੱਛਾ ਜੇ ਹੁਣ I have to tell you to choose and pick
लाइव कॉन्सर्ट्स पिक करोगे कि यू विल पिक लाइक अ प्लेबैक? सी फ्रॉम सीजन टाइम ਵਿੱਚ ਅਸੀਂ ਪਿਕ ਕਰਾਂਗੇ ਲਾਈਵ ਕਨਸਰਟਸ ਅਸੀਂ ਕਰਾਂਗੇ ਸਟੂਡੀਓ ਡਬਲ That's such a smart answer. Love it, love it. लेकिन I want to know your ਹੁਣ ਤੱਕ ਦਾ, ਵੈਸੇ ਤੇ ਇੰਨੇ ਸਾਰੇ ਨੇ, I don't know how you're going to choose and pick, but I want to know like a best playback experience ਜੋ ਤੁਹਾਨੂੰ ਬਹੁਤ enriching ਲੱਗ playback experience if we talk about very enriching one it's always with Mithun ਉਹਨਾਂ ਦੇ ਗਾਣੇ ਬਹੁਤ ਹੀ ਜ਼ਿਆਦਾ ਮਤਲਬ ਡੀਪ ਹੁੰਦੇ ਆ ਤੇ ਉਹਨੂੰ ਕ੍ਰੈਕ ਕਰਨ ਵਿੱਚ ਵੀ ਟਾਈਮ ਲੱਗਦਾ ਹੈ ਤੇ ਜਦੋਂ ਵੀ ਮੈਂ ਤੇ ਮਿਥੁਨ ਬੈਠਦੇ ਆ ਕਿਸੇ ਵੀ ਗਾਣੇ ਤੇ ਪ੍ਰੋਪਰ ਡਿਸਕਸ਼ਨ ਕਰਦੇ ਆ ਕਿ ਕੀ ਡਿਮਾਂਡ ਹੈ ਕੈਰੈਕਟਰ ਦੀ, ਕਿੱਦਾਂ ਗਾਉਣਾ ਚਾਹੀਦਾ ਹੈ, ਕਿਹੜਾ ਟੈਕਸਚਰ ਹੋਣਾ ਚਾਹੀਦਾ ਹੈ ਐਂਡ ਫਿਰ ਬੈਕ ਐਂਡ ਫੋਰਥ ਕਰਕੇ ਲਾਈਕ ਇਟ ਇਜ਼ ਅ ਪ੍ਰੋਪਰ ਲਾਈਕ ਅ ਸੈਸ਼ਨ ਜਿਹਨੂੰ ਤੁਸੀਂ ਜੇ ਐਜ਼ ਅ ਅਪਕਮਿੰਗ ਸਿੰਗਰ ਵੇਖੋਗੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ. You should record it and put on YouTube also then. That is also a great idea. Thank you guys. आज मैं content ideas दे रही हूँ. So you should really, I'm legit telling you, नवे singers ਨੂੰ ਨਾ ਕੋਈ ਚਾਹੀਦਾ ਹੁੰਦਾ. So I'll tell you, ਮੈਨੂੰ 8-9 ਸਾਲ ਹੋ ਗਏ ਨੇ. I host singing reality shows here in Punjab. So ਉਹ singing reality shows host ਕਰਦੇ ਕਰਦੇ ਹੁਣ ਅਸੀਂ judges ਦੇ comments ਸੁਣਦੇ ਆ, ਕੰਟੈਸਟੈਂਟ ਨੂੰ ਗਾਉਂਦੇ ਹੋਏ ਸੁਣਦੇ ਆ, 8-9 ਸਾਲ ਤੋਂ ਸੁਣ ਰਹੇ ਆ. ਅੱਧੀ ਕਦੇ ਉਹ ਚੀਜ਼ ਸਾਡੇ ਅੰਦਰ ਵੀ ਆ ਗਈ ਕਿਉਂਕਿ ਅਸੀਂ ਟਾਈਮ ਐਂਡ ਅਗੇਨ ਵੀ ਆਰ ਲਿਸਨਿੰਗ ਟੂ ਦ nuances ਐਂਡ ਇਹ ਸਭ ਕੁਝ ਪ੍ਰਾਈਜ਼ਲੈਸ ਹੈ. ਆਈ ਮੀਨ ਜਦੋਂ ਕੱਟ ਵੀ ਹੋ ਜਾਂਦਾ ਉਸ ਤੋਂ ਅੱਗੇ ਪਿੱਛੇ ਵੀ ਜੋ ਕਨਵਰਸੇਸ਼ਨ ਹੁੰਦੀ ਹੈ ਇਟਸ ਪ੍ਰਾਈਜ਼ਲੈਸ. ਸੋ ਆਈ ਰੀਅਲੀ ਵਾਂਟ ਕਿ ਤੁਸੀਂ ਵੀ ਆਪਣੇ ਵੱਲੋਂ ਜ਼ਰੂਰ ਇਹ ਚੀਜ਼ ਕਰੋ. ਚਲੋ ਜੀ ਠੀਕ ਹੈ, ਗ੍ਰੇਟ ਆਈਡੀਆ, ਆਈ keep it in mind. Talking about the reality show scene, you have also been a part of it. Reality shows मैं ਤੁਹਾਨੂੰ ਦੱਸਿਆ ਕਿ I have also been a part of it. How do you see the space of reality shows? ਅੱਜ ਕੱਲ ਚੀਜ਼ਾਂ evolve ਵੀ ਹੋ ਰਹੀਆਂ ਨੇ. Then again there are some judges ਜੋ ਪਹਿਲਾਂ ਜੱਜ ਹੁੰਦੇ ਸੀ ਦੇ ਸੇ ਕਿ ਨਹੀਂ ਇਟਸ ਨਾਟ ਦੈਟ ਵਰਥ ਇਟ. ਬਾਅਦ ਵਿੱਚ ਉਹ ਕਹਿ ਦਿੰਦੇ ਨੇ ਕਿ ਨਹੀਂ ਬਹੁਤ ਸਾਰਾ ਕੁਝ ਆਟੋ ਟਿਊਨ ਹੁੰਦਾ, ਇਹ ਹੁੰਦਾ. How do you see, because you have also done a reality show? See, now it is a very personal choice. मैं contestant ਦੇ ਨਜ਼ਰੀਏ ਤੋਂ ਦੱਸਦੀ ਹਾਂ. If you go and take a participate in any reality show, the best part is they grill you. मतलब बहुत रियाज करना पैंदा है, बहुत सारे गाने तैयार करने पैंदे, तो आप रेगुलरली प्रैक्टिस कर ही रहे हो एंड इवेंचुअली इट विल हेल्प यू, योर वोकल कॉर्ड्स, योर सिंगिंग टेक्निक्स. सो डेफिनेटली गो फॉर इट. बट फिर अगे की हुंदा है, इट इज़ ऑलवेज डिपेंड ऑन योर डेस्टिनी कि किदां दा गाना गाया की होया. दैट इज़ अ वेरी डिफरेंट सिनेरियो. बट एज अ कंटेस्टेंट it is a very good period to work on your own singing skills. And ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਧਿਆਨ ਰੱਖਣੀ ਚਾਹੀਦੀ ਹੈ ਆਫਟਰ ਯੂ ਕਮ ਆਊਟ ਆਫ ਅ ਰਿਐਲਿਟੀ ਸ਼ੋ, ਦਿਮਾਗ ਨਾ ਇੱਥੇ ਹਵਾ 'ਚ ਹੁੰਦਾ ਹੈ ਕਿ ਬਈ ਮੇਰੀ ਤੇ ਫੇਸ ਵੈਲਿਊ ਹੈ ਤੇ ਮੈਨੂੰ ਤਾਂ ਲੋਕ ਜਾਣਦੇ ਆ, ਮੇਰੇ ਤੇ ਫੈਨਸ ਹੈ. ਉਹ ਕੁਛ ਕੰਮ ਨਹੀਂ ਆਉਂਦਾ ਤੁਹਾਨੂੰ ਆਪਣੇ ਆਪ ਨੂੰ ਪ੍ਰੂਵ ਕਰਨ ਲਈ, ਬਿਕੋਜ਼ ਸਿੰਗਿੰਗ ਇਨ ਅ ਰਿਐਲਿਟੀ ਸ਼ੋ and singing as a mainstream artist are two different things. What do you mean when you say that? So जब आप सिंगिंग रियलिटी शो में गा रहे हो, आप किसी और का गाना गा रहे हो, आप उसको सीख के गा रहे हो, आपको पता है ये बेस्ट ऐसा गाया हुआ, मैं इसको और बेटर कैसे करूँ. मगर जब आप अपना खुद का गाना गा रहे हो, यू हैव टू पुट योर ओन सोल इनटू इट. यू हैव टू थिंक कि किस टेक्निक से गाना चाहिए एंड देन हाउ पीपल परसीव इट कि आपका पहला गाना आया कैसा लग रहा है. सो दैट इज़ another struggle, another way to look at it, and another क्या कहते हैं मतलब कि अगला पड़ाव है वो कैसे पार करना है. that is very important. Beautiful. ਅਸੀਸ ਤੁਹਾਡੇ ਅਕੋਰਡਿੰਗਲੀ ਤੁਹਾਡਾ ਸਭ ਤੋਂ ਫੇਵਰਿਟ ਤੁਹਾਡਾ ਗਾਇਆ ਹੋਇਆ ਗਾਣਾ ਕਿਹੜਾ ਹੈ? Oh my, ਸਾਡੇ ਕੋਲ ਤੇ ਲੰਬੀ ਲਿਸਟ ਹੈ, but what is your favorite song according to you? ਉਹ ਹਜੇ ਰਿਲੀਜ਼ ਹੋਣਾ ਹੈ. There's a very beautiful song coming in a film, और आई थिंक आप सबको भी प्यार हो जाएगा. मैं इससे ज़्यादा मैं उस फिल्म के बारे में बता नहीं सकती कि कौन सी मूवी है, मगर अगर मैंने बता दिया तो आप like you guys will be like waiting for it. So yeah, it's a Bollywood film song. So Wow, we are waiting for another big Aziz Kaur song. Aziz, ਤੁਹਾਨੂੰ ਹੁਣ ਮੈਂ ਕੁਝ choice ਦੇਣ ਲੱਗੀ ਹਾਂ. You have to pick one. It's going to be difficult. पानीपत की Mumbai. It's an easy one. Now I'm a Mumbai girl. वे कमलिया की राता लंबिया.
This is a difficult one. Ve Kamleya. बोलना कि मलंग? अरे वाह बोलना. बोलना? हाँ. अरे वाह, साडा फेवरेट बोलना है. नाउ अप्सरा की 52 गज का दामन. Apsara. Apsara has to be Apsara. But I think 52 गज का दामन also went to Times Square or something. Yeah, it went. But if talking about what's close to my heart, that's Apsara. Beautiful यार. मैं तो सोचा सी बड़ी difficult choices ने, but you didn't like that. साडे लिए difficult ने, because when we have to play these songs, You play all of them, na? हाँ, we play all of. Good for me. अच्छा, ਅਸੀਸ ਤੁਹਾਨੂੰ ਦੇਖ ਕੇ, ਤੁਹਾਨੂੰ ਮਿਲ ਕੇ, ਤੁਹਾਡੇ ਨਾਲ ਗੱਲ ਕਰਕੇ ਇਹ ਸਵਾਲ ਪਤਾ ਨਹੀਂ ਆਪਣੇ ਮੇਰੇ ਜ਼ਿਹਨ ਚ ਆ ਰਿਹਾ, ਐਂਡ ਵੀ ਹੈਵ ਨਾਟ ਇਵਨ ਰਿਟਨ ਇਟ, ਬਟ ਆਈ ਰੀਅਲੀ ਵਾਂਟ ਟੂ ਆਸਕ ਯੂ ਸੀ, ਅੱਜ ਕੱਲ੍ਹ ਅਸੀਂ ਦੇਖਦੇ ਹਾਂ women are balancing it out so beautifully, personally, professionally, and this is such an inspiration. How do you see it ਕਿ ਇਹ ਸਭ ਕੁਝ ਤੁਸੀਂ ਕਰਦੇ ਹੋ? Does this all of this take toll on you sometime ਕਿ ਤੁਸੀਂ ਹਮੇਸ਼ਾ ਇਹਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਕਰ ਲੈਂਦੇ ਹੋ? You have got that hang ਕਿ ਅੱਛਾ ਆਹ ਤਰੀਕਾ ਹੈ, I can do this, I can figure out. To be very honest, I have never got a hang of it till date. I can balance things easily because मेरे पीछे एक पूरी आर्मी है लोगों की जो मेरा काम संभाल लेती है. लाइक अगर मैं अभी यहाँ हूँ तो मुझे घर की ऐसी टेंशन नहीं है. मम्मी पापा हैं, मेरी ब्रदर सिस्टर सब हैं, मेरे हस्बैंड, वो सब कुछ ना, सब अपनी अपनी रिस्पॉन्सिबिलिटी मतलब जो मेरे ऊपर होती है डिवाइड करके बांट लेते हैं. मेरा छोटा सा बच्चा है, मुझे उसकी भी टेंशन नहीं होती. और थैंकफुली जब मैं घर पे होती हूँ तो मुझे काम की टेंशन नहीं होती बिकॉज आई हैव अ ग्रेट मैनेजर हु इज़ टेकिंग केयर ऑफ़ एवरीथिंग. मतलब मैं जेन्युइनली यहाँ आने से पहले मुझे कुछ सोचना भी नहीं पड़ रहा था कि क्या आउटफिट होगा, क्या करना है. शी इज़ दैट कॉम्पिटेंट. तो मतलब आई एम ब्लेस्ड विद द बेस्ट टीम ऑफ पीपल, चाहे मेरे घर पे कह लो या आप मेरी मैनेजमेंट में कह लो. सो व्हेन यू हैव पीपल जो आपका काम अपना समझ के करते हैं ना, तो देयर इज़ नो लुकिंग बैक. आप बिल्कुल सही कह रहे आई एम वेरी बैड एट बैलेंसिंग, सो आई कैन डू ओनली वन थिंग एट वन टाइम. अगर मैं गा रही हूँ तो मैं गा रही हूँ, अगर मैं शो पे हूँ तो मैं शो पे हूँ, अगर मैं घर पे हूँ तो मैं घर पे हूँ, ऐसा. राइट. अच्छा, आउट ऑफ ऑल दीज रोल्स व्हाट इज वन रोल यू एंजॉय द मोस्ट? घर वाला, शो वाला? सो अब इसमें कहूँगी कि मैं मतलब होता है ना कि स्प्लिट पर्सनैलिटी है, तो मैं जो रोल निभा रही होती हूँ आई एम एंजॉइंग दैट द मोस्ट. I love the answers, love the vibes. अच्छा, ਹੁਣ ਅੱਜ ਕੱਲ ਤੁਸੀਂ ਕਿਹਨੂੰ ਸੁਣ ਰਹੇ ਹੋ ਅਸੀਸ? Like other than your music, what is the kind of music you are listening to, or maybe the artist that you are vibing to? ਕਿਹਨਾਂ ਨੂੰ ਸੁਣ ਰਹੇ ਹੋ? Right now I'm like in the middle of exploring music. So जैसे आज जब मैं सुबह रेडी हो रही थी, I was listening to Kenny G. He's a great artist. So just sets the mood. जो it depends on my mood की अगर किसी दिन एकदम हाइप अप करके रखना होता तो मैं सीधा लगाती हूँ पंजाबी प्लेलिस्ट, आजो जी, दिलजीत, करण, ऐसे. तो इट डिपेंड्स ऑन माई मूड सर. Okay, आजकल करंटली की चल रहा है? की क्या से ਤੁਸੀਂ? Kenny G ਚੱਲ ਰਿਹਾ ਹੈ. So you guys can also vibe to it if you want to see ਕਿ ਕਿਵੇਂ ਦਾ music ਆਜਕਲ ਅਸੀਸ ਸੁਣ ਰਹੇ ਨੇ. So do you have a car playlist, ਅਸੀਸ? Yes, we have a travel playlist. Travel playlist, yeah. And which is managed by my manager only. She plays. You have given her the access. She has the great taste in music. तो जो भी travel songs हैं वो सब select करते हैं, हम बैठते हैं. Like she has made a very great playlist. I can share it. Please do. ये अच्छा idea है. मैं आज जाती हूँ अपने Instagram पे share भी करती हूँ वो playlist. Guys, you have to thank me for that, okay? Don't forget to thank me. मेरे कहते कीता है. So in the end, thank you so much, Asees. It was really genuinely lovely talking to you. Thank you. And all the very best. और वो ਜਿਹੜੇ project ਦੀ ਤੁਸੀਂ ਗੱਲ ਕੀਤੀ ਹੈ ਉਹਦੇ ਲਈ now we are all ears. Yeah, even I'm really excited and I really want that song to work because उसका जो वो process था, it's a song with Mithun. So I can give you a hint. हाँ, बस इतना ही hint दे रही हूँ. उसको tension नहीं दे रही इससे ज़्यादा. It's a Mithun song and yeah, it was a great experience dubbing that song. तो आपको बहुत मजा आएगा. ये गाना भी जल्दी आए and we want more Punjabi songs in your vocals also. So looking forward to that as well. So because आप लोगों को इतने अच्छे लगते हैं पंजाबी songs, so we have started this ritual कि हर 2 महीने बाद हम पंजाब आते हैं, कुछ गाने बनाते हैं, which will eventually release. Some of them will release on my YouTube channel or some of them will release with big labels here.
बट आप तैयार रहो, पंजाबी गानों की बहुत एक बढ़िया कलेक्शन हमने तैयार कर ली है, वी आर वर्किंग ऑन इट एंड मज़ा आने वाला है। ਮਜ਼ਾ ਆ ਗਿਆ ਇਹ ਅਨਾਉਂਸਮੈਂਟ ਸੁਣ ਕੇ ਤੇ ਅਸੀਂ ਇੱਕਦਮ ਤਿਆਰ ਬਰ ਤਿਆਰ ਹੋ ਗਏ ਆ ਔਨ ਦੋ ਹੁਣ ਤੁਸੀਂ ਲਿਸਟ ਔਰ ਅਸੀਂ ਸਾਰੇ ਗਾਣਿਆਂ ਦੇ ਉੱਤੇ ਵਾਈਬ ਕਰਾਂਗੇ ਵੀ ਲਵ ਗੁੱਡ 뮤직 ਵੀ ਲਵ ਗੁੱਡ ਆਰਟਿਸਟ ਜੇ ਗਾਣਾ ਇੱਥੇ ਹਿੱਟ ਹੈ ਤੇ ਦੁਨੀਆ 'ਚ ਹਿੱਟ ਹੈ। ਲੈ ਗੱਲ ਹੀ ਖਤਮ ਜੇ ਪੰਜਾਬ 'ਚ ਗਾਣਾ ਚੱਲ ਗਿਆ ਤੇ ਪੂਰੀ ਦੁਨੀਆ ਉਹਨੂੰ ਐਕਸੈਪਟ ਕਰਦੀ ਹੈ absolutely true and it was incredible talking to you Asis thank you so much for your time thank you it really means a lot had Thank great you. fun talking to you thank you